ਹੈਲੋ एवरीवन। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਰਾਈਮਨ ਸਟੈਲਜਸ ਇੰਟੈਗਰਲ ਦੇ ਨਾਲ ਦੀ ਇੱਕ ਐਗਜ਼ਾਮਪਲ ਕਰਨ ਜਾ ਰਹੇ ਹਾਂ। ਇਸ ਐਗਜ਼ਾਮਪਲ ਤੋਂ ਪਹਿਲਾਂ ਅਸੀਂ ਬੱਚੇ ਕੁਝ ਡੈਫੀਨੇਸ਼ਨ ਆ ਜਿਹੜੀ ਉਹਨਾਂ ਨੂੰ ਰੀਕਾਲ ਕਰਾਂਗੇ, ਕਿਉਂਕਿ ਜੋ ਇਹਦੇ ਵਿੱਚ ਕੁਝ ਨੋਟੇਸ਼ਨ ਯੂਜ਼ ਹੋਈਆਂ ਨੇ ਪਹਿਲਾਂ ਸਾਨੂੰ ਪਤਾ ਹੋਵੇ ਕਿ ਉਹ ਹੈ ਕੀ ਸੀਗੀਆਂ। ਇਹਦੇ ਵਿੱਚ ਇੱਕ SPF ਐਲਫਾ ਯੂਜ਼ ਕੀਤਾ ਗਿਆ। ਇਹਦਾ ਮਤਲਬ ਕੀ ਸੀਗਾ ਬੱਚੇ? ਰਾਈਮਨ ਸਟੈਲਜਸ ਸਮ ਸੀਗਾ। ਰਾਈਮਨ ਸਟੈਲਜਸ ਸਮ ਕੀ ਕਹਿੰਦੇ? ਜਦੋਂ ਅਸੀਂ ਕਿਸੇ ਇੰਟਰਵਲ ਦੀ ਕੋਈ ਪਾਰਟੀਸ਼ਨ ਕਰ ਲੈਂਦੇ ਹਾਂ, ਪਾਰਟੀਸ਼ਨ ਦੇ ਵਿੱਚੋਂ ਕੋਈ ਵੀ ਅਸੀਂ ਉਹ ਤੋਂ ਉਸ ਪਾਰਟੀਸ਼ਨ ਦੇ ਲਈ ਰਾਈਮਨ ਸਟੈਲਜਸ ਦਾ ਜਿਹੜਾ ਸਮ ਉਹ ਕਿਵੇਂ ਰਿਪਰਜੈਂਟ ਕਰ ਸਕਦੇ ਹਾਂ। ਦੇਖੋ P ਕੋਈ ਪਾਰਟੀਸ਼ਨ ਸੀਗੀ, ਮੰਨ ਲਓ ਕੋਈ P ਪਾਰਟੀਸ਼ਨ AB ਇੰਟਰਵਲ ਦੀ x0 x1 ਅਪ ਟੂ ਸੋ ਔਨ xn ਤੱਕ। ਇਸ ਪਾਰਟੀਸ਼ਨ ਦੇ ਵਿੱਚੋਂ ਕੋਈ ਵੀ ਬੱਚੇ ਅਸੀਂ ਕੋਈ ਵੀ ਪੁਆਇੰਟ ਅਸੀਂ ਨੇ ਟੇਕ ਕੀਤਾ, ਇਹਦੇ ਵਿੱਚੋਂ ਕੋਈ ਸਬ ਇੰਟਰਵਲ ਲੈ ਕੇ, ਸਬ ਇੰਟਰਵਲ ਮੰਨ ਲਓ ਅਸੀਂ ਨੇ ਇਹਦੇ ਵਿੱਚੋਂ ਕੋਈ ਸਬ ਇੰਟਰਵਲ ਲਿਆ xk-1 ਤੇ xk ਤੱਕ ਸਬ ਇੰਟਰਵਲ ਲਿਆ। ਇਸ ਸਬ ਇੰਟਰਵਲ ਦੇ ਵਿੱਚੋਂ ਕੋਈ ਪੁਆਇੰਟ ਲਿਆ tk, ਕੋਈ ਪੁਆਇੰਟ ਲਿਆ tk। ਫਿਰ ਅਸੀਂ ਇਸ ਪੁਆਇੰਟ ਦੇ ਲਈ ਇੱਕ ਸਮੇਸ਼ਨ ਆ ਜਿਹੜਾ ਉਹ ਲਿਖਦੇ ਹਾਂ, ਜਿਸ ਨੂੰ ਅਸੀਂ ਰਾਈਮਨ ਸਟੈਲਜਸ ਸਮ ਕਿਹਾ ਜਾਂਦਾ। SPF ਐਲਫਾ ਇਹ ਦੀ ਨੋਟੇਸ਼ਨ ਆ, ਇਜ਼ ਇਕੁਅਲ ਟੂ ਕਿਹਦੇ ਹੁੰਦਾ? ਸਮ k1 2 ਲੈ ਕੇ n ਤੱਕ ਸਮੇਸ਼ਨ ਵੇਰੀ k1 2 ਲੈ ਕੇ n f ਆਫ tk ਡੈਲ ਐਲਫਾ k। ਐਲਫਾ ਕੀ ਹੁੰਦਾ ਬੱਚੇ? ਜਿਹਦੇ ਵਿਦ ਰਿਸਪੈਕਟ ਟੂ ਅਸੀਂ ਫੰਕਸ਼ਨ ਨੂੰ ਚੈੱਕ ਕਰ ਰਹੇ ਹਾਂ, ਐਫ ਫੰਕਸ਼ਨ ਨੂੰ, ਕੀ ਇਹ ਰਾਈਮਨ ਸਟੈਲਜਸ ਹੈਗਾ ਜਾਂ ਨਹੀਂ ਹੈਗਾ ਉਹਦੇ ਵਿੱਚ ਹੀ। ਕਿਉਂਕਿ ਰਾਈਮਨ ਇੰਟੈਗਰਲ ਅਤੇ ਰਾਈਮਨ ਸਟੈਲਜਸ ਦੇ ਵਿੱਚ ਮੇਨ ਡਿਫਰੈਂਸ ਹੀ ਇਹੀ ਆ ਕਿ ਰਾਈਮਨ ਦੇ ਵਿੱਚ ਅਸੀਂ ਸਿੰਪਲ ਫੰਕਸ਼ਨ ਚੈੱਕ ਕਰਦੇ ਹਾਂ, ਉਹਦਾ ਸਮ ਦੇਖਦੇ ਹਾਂ, ਪਰ ਸਟੈਲਜਸ ਦੇ ਵਿੱਚ ਅਸੀਂ ਕੀ ਕਰਦੇ ਹਾਂ? ਅਸੀਂ ਕਿਸੇ ਫੰਕਸ਼ਨ ਨੂੰ ਕਿਸੇ ਹੋਰ ਫੰਕਸ਼ਨ ਦੇ ਵਿਦ ਰਿਸਪੈਕਟ ਟੂ ਚੈੱਕ ਕਰਦੇ ਹਾਂ, ਐਫ ਫੰਕਸ਼ਨ ਨੂੰ ਵਿਦ ਰਿਸਪੈਕਟ ਟੂ ਐਲਫਾ ਚੈੱਕ ਕਰਦੇ ਹਾਂ। ਇਹੀ ਇਹਦਾ ਵਿੱਚ ਮੇਨ ਡਿਫਰੈਂਸ ਸੀਗਾ। ਤਾਂ ਇਹ ਸਾਡੇ ਕੋਲ ਇਹ ਸਮ ਦੀ ਫਾਰਮ ਦੇ ਵਿੱਚ ਅਸੀਂ ਰਿਪਰਜੈਂਟ ਕਰਦੇ ਹਾਂ। ਦੇਖੋ ਹੁਣ ਇਹੀ ਸਮ ਇੱਥੇ ਯੂਜ਼ ਕੀਤਾ ਹੋਇਆ। ਡੈਲ ਦਾ ਮਤਲਬ ਕੀ ਹੁੰਦਾ? ਸਾਡੇ ਕੋਲ ਡਿਫਰੈਂਸ। ਅਸੀਂ ਇਹਨੂੰ ਕਿਵੇਂ ਲਿਖ ਸਕਦੇ ਹਾਂ? ਜੇ ਹੁਣ ਕੇ ਦੀ ਫਾਰਮ 'ਚ ਤਾਂ ਬੱਚੇ ਇਹਨੂੰ ਅਸੀਂ ਲਿਖ ਸਕਦੇ ਹਾਂ ਐਲਫਾ XK ਮਾਈਨਸ ਐਲਫਾ XK ਮਾਈਨਸ 1। ਇਸ ਦਾ ਮਤਲਬ ਅਸੀਂ ਡੈਲ ਐਲਫਾ ਕੇ ਦੀ ਥਾਂ 'ਤੇ ਆਹ ਵੈਲਿਊ ਵੀ ਸਬਸਟੀਟਿਊਟ ਕਰ ਸਕਦੇ। ਇਹ ਸੀਗਾ ਸਾਡੇ ਕੋਲ ਰਾਈਮਨ ਸਟੈਲਜਸ ਸਮ। ਉਸ ਤੋਂ ਬਾਅਦ ਬੱਚੇ ਇੰਟੈਗਰਲ ਫਾਰਮ ਕੀਤੀ ਸੀ। ਕਹਿੰਦੇ ਜਦੋਂ ਅਸੀਂ ਇਸੇ ਫੰਕਸ਼ਨ ਦੇ ਇੰਟੈਗਰਲ ਫਾਰਮ ਕਦੋਂ ਕਹੀਏ? ਕਹਿੰਦੇ ਜਦੋਂ SF ਐਲਫਾ ਜਦੋਂ SF ਐਲਫਾ ਮਾਈਨਸ ਨੀਟਾ ਕੀ ਕਰ ਜੇ? ਲੈਸ ਦੈਨ ਅਪਸਾਈਲਨ ਹੋ ਜਾਵੇ। ਅਸੀਂ ਕਿਹਾ ਸੀ SPF ਐਲਫਾ ਮਾਈਨਸ ਨੀਟਾ ਲੈਸ ਦੈਨ ਅਪਸਾਈਲਨ ਹੋ ਜਾਵੇ, ਅਤੇ ਇਹ ਨੀਟਾ ਜਿਹੜਾ ਉਹ ਸਾਡੇ ਕੋਲ ਕੀ ਹੋਵੇ ਬੱਚੇ? ਐਗਜ਼ਿਸਟ ਕਰਦਾ ਹੋਵੇ ਅਤੇ ਕੋਈ ਯੂਨੀਕ ਹੋਵੇ, ਤਾਂ ਅਸੀਂ ਕੀ ਕਹਿੰਦੇ ਹਾਂ ਕਿ ਜਿਹੜੀ ਇਹਦੀ ਇੰਟੈਗਰਲ ਉਹ ਐਗਜ਼ਿਸਟ ਕਰਦੀ ਹੈ। ਅਤੇ ਉਹਨੂੰ ਅਸੀਂ ਫਿਰ ਡੋਨੇਟ ਕਿਵੇਂ ਕਰਦੇ ਹਾਂ? A to B FD ਐਲਫਾ। ਬੱਚੇ ਇਹਦੀ ਮੂਹਰੇ ਇੱਕ ਫੁੱਲ ਫਲੈਜ ਦਿੱਤਾ ਹੁੰਦਾ ਕਿ ਸਾਡੇ ਕੋਲ ਐਫ ਆ ਜਿਹੜਾ ਉਹ ਇੰਟੈਗਰੇਬਲ ਆ ਵਿਦ ਰਿਸਪੈਕਟ ਟੂ ਐਲਫਾ ਕਿਸੇ AB ਇੰਟਰਵਲ ਦੇ ਵਿੱਚ। ਫਿਰ ਉਹਦੀ ਕੋਈ ਇੱਕ ਹੋਰ ਪਾਰਟੀਸ਼ਨ P ਅਪਸਾਈਲਨ ਐਗਜ਼ਿਸਟ ਕਰਨੀ ਚਾਹੀਦੀ ਹੈ, ਸੱਚ ਦੈਟ ਉਹਦੇ ਉੱਤੇ ਸਾਡੇ ਕੋਲ ਆ ਕੰਡੀਸ਼ਨ ਹੋਣੀ ਚਾਹੀਦੀ ਹੈ ਅਤੇ ਨੀਟਾ ਯੂਨੀਕ ਹੋਣਾ ਚਾਹੀਦਾ। ਫਿਰ ਜਿਹੜਾ ਇਹਦਾ ਇੰਟੈਗਰਲ ਆ ਅਸੀਂ ਉਹ ਕੀ ਕਹਿੰਦੇ ਆ? ਐਗਜ਼ਿਸਟ ਕਰਦਾ ਹੋਏਗਾ। ਸਾਡਾ ਮੇਨ ਇਹੀ ਸੀਗਾ ਕਿ ਅਸੀਂ ਇਹਦੇ ਵਿੱਚ ਰਾਈਮਨ ਸਟੈਲਜਸ ਸਮ ਆ ਜਿਹੜਾ ਉਹਦੀ ਨੋਟੇਸ਼ਨ ਯੂਜ਼ ਕੀਤੀ ਹੈ, ਸੋ ਉਹਨੂੰ ਅਸੀਂ ਰੀਕਾਲ ਕਰਨਾ ਸੀ। ਹੁਣ ਦੇਖਦੇ ਹਾਂ ਬੱਚੇ ਸਾਡੀ ਐਗਜ਼ਾਮਪਲ ਕੀ ਆ। ਲੈਟ ਐਫ ਬੀ ਆ ਫੰਕਸ਼ਨ ਆਫ ਬਾਊਂਡਡ ਡਿਫਾਈਨਡ ਔਨ ਅ ਇੰਟਰਵਲ। ਕਹਿੰਦੇ ਐਫ ਕੋਈ ਬਾਊਂਡਡ ਫੰਕਸ਼ਨ ਆ ਜੋ ਕਿਸੇ ਇੰਟਰਵਲ -1 ਤੋਂ 1 ਦੇ ਉੱਤੇ ਡਿਫਾਈਨ ਕੀਤਾ ਹੋਇਆ। ਸੈਕਿੰਡ ਕਹਿੰਦੇ ਕੋਈ ਐਲਫਾ ਫੰਕਸ਼ਨ ਆ -1 ਤੋਂ 1 ਦੇ ਇੰਟਰਵਲ ਤੋਂ ਲੈ ਕੇ R ਤੱਕ ਉਹਦੀ ਮੈਪਿੰਗ ਹੋਈ ਹੋਈ ਆ, ਮਤਲਬ -1 ਤੋਂ 1 ਦੇ ਵਿੱਚ ਸਾਡੀ ਡੋਮੇਨ ਆ ਅਤੇ ਰੀਅਲ ਸਾਡੀ ਕੀ ਆ? ਰੇਂਜ ਆ। ਕਿਸ ਤਰ੍ਹਾਂ ਦੀ ਬੱਚੇ ਫੰਕਸ਼ਨ ਦੀ ਡਿਫਾਈਨਮੈਂਟ ਆ? ਕਹਿੰਦਾ ਜੇਕਰ ਇਫ ਆ ਬੱਚੇ ਐਫ ਨਹੀਂ ਹੈਗਾ, ਇਫ 0 ਹੋਏਗਾ ਜੇਕਰ x ਦੀ ਵੈਲਿਊ ਲੈਸ ਦੈਨ 0 ਆ। ਮਤਲਬ ਜੇ ਅਸੀਂ ਕੋਈ ਵੀ x ਇਹਦੇ ਵਿੱਚ ਪਾ ਰਹੇ ਹਾਂ ਜੋ 0 ਤੋਂ ਛੋਟਾ, ਜੇ ਮਾਈਨਸ ਦੇ ਵਿੱਚ ਕੋਈ ਵੀ ਟਰਮ ਪਾ ਰਹੇ ਹਾਂ ਤਾਂ ਆਨਸਰ ਕੀ ਆਏਗਾ? ਐਲਫਾ 0। ਜੇਕਰ 0 ਪਾ ਰਹੇ ਹਾਂ ਤਾਂ ਆਨਸਰ ਕੀ ਮਿਲੇਗਾ? 1/2। ਜੇਕਰ 0 ਤੋਂ ਵੱਡੀਆਂ ਵੈਲਿਊਜ਼ x ਦੀ ਥਾਂ 'ਤੇ ਪਾ ਰਹੇ ਹਾਂ ਤਾਂ ਆਨਸਰ ਕੀ ਮਿਲੇਗਾ? ਸਾਨੂੰ 1 ਮਿਲੇਗਾ। ਤਾਂ ਸ਼ੋ ਕੀ ਕਰਨਾ? ਇਫ f ਬਿਲੋਂਗਸ ਟੂ R ਐਲਫਾ, ਸ਼ੋ ਦੈਟ f ਬਿਲੋਂਗਸ ਟੂ R ਐਲਫਾ। R ਐਲਫਾ ਦਾ ਮਤਲਬ ਕੀ ਹੈ? ਰਾਈਮਨ ਸਟੈਲਜਸ ਇੰਟੈਗਰਲ। ਕਹਿੰਦੇ f ਆ ਜਿਹੜਾ ਉਹ ਰਾਈਮਨ ਸਟੈਲਜਸ ਹੋਏਗਾ। ਐਂਡ ਇਫ f ਇਜ਼ ਅ ਕੰਟੀਨਿਊਸ, ਜੇਕਰ f ਕੰਟੀਨਿਊਸ ਆ ਤਾਂ ਇਹ ਰਾਈਮਨ ਸਟੈਲਜਸ ਹੋਏਗਾ। ਵੈਸੇ ਤਾਂ ਬੱਚੇ ਇੱਥੇ ਇਫ ਸੈਕਿੰਡ ਆਉਣਾ ਕਿਉਂਕਿ ਇਹਨਾਂ ਨੇ ਕਨਵਰਸ ਪਾਰਟ ਵੀ ਟਰੂ ਕੀਤਾ ਹੋਇਆ। ਕਹਿੰਦੇ ਜੇਕਰ ਇਹ ਰਾਈਮਨ ਸਟੈਲਜਸ ਆ ਤਾਂ ਪੱਕਾ ਕੰਟੀਨਿਊਸ ਵੀ ਹੋਏਗਾ ਐਟ ਅ ਪੁਆਇੰਟ 0, ਅਤੇ ਜੇਕਰ ਐਟ ਅ ਕੰਟੀਨਿਊਸ ਆ ਐਟ ਅ ਪੁਆਇੰਟ 0 ਤਾਂ ਫਿਰ ਕੀ ਹੋਏਗਾ? ਰਾਈਮਨ ਸਟੈਲਜਸ ਵੀ ਹੋਏਗਾ। ਐਂਡ ਆ ਵੀ ਚੀਜ਼ ਅਸੀਂ ਨੇ ਪ੍ਰੂਵ ਕਰਨਾ। ਉਸ ਤੋਂ ਹੁਣ ਦੇਖਦੇ ਹਾਂ ਬੱਚੇ ਇਹਦਾ ਪ੍ਰੂਫ। ਸਭ ਤੋਂ ਪਹਿਲਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜਾ ਫੰਕਸ਼ਨ ਆ ਉਹ ਕੰਟੀਨਿਊਸ ਆ ਐਟ ਅ ਪੁਆਇੰਟ x ਇਜ਼ ਇਕੁਅਲ ਟੂ 0। ਹੁਣ ਬੱਚੇ ਕੰਟੀਨਿਊਸ ਕੀ ਸੀਗਾ? ਕੰਟੀਨਿਊਸ ਫੰਕਸ਼ਨ ਕੀ ਹੁੰਦਾ? ਇਹਦੀ ਡੈਫੀਨੇਸ਼ਨ ਸਾਨੂੰ ਪਤਾ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਕਹਾਂਗੇ। ਸਿੰਪਲੀ ਅਸੀਂ ਬਸ ਓਵਰਵਿਊ ਲੈ ਲਿਆ। ਜਦੋਂ ਵੀ ਬੱਚੇ ਕੋਈ ਫੰਕਸ਼ਨ ਐਫ ਦੇਖ ਰਹੇ ਹਾਂ, ਕਿਸੇ ਐਟ ਅ ਪੁਆਇੰਟ ਦੇਖ ਰਹੇ ਹਾਂ, ਕਿਸੇ ਪੁਆਇੰਟ ਦੇ ਉੱਤੇ ਉਹ ਫੰਕਸ਼ਨ ਕੰਟੀਨਿਊਸ ਹੈਗਾ ਜਾਂ ਨਹੀਂ, ਤਾਂ ਅਸੀਂ ਦੇਖਦੇ ਹਾਂ ਕਿ ਜੇਕਰ ਜਿਵੇਂ ਹੁਣ ਇੱਥੇ ਇਹਨਾਂ ਨੇ 0 ਕਿਹਾ, ਤਾਂ ਕਿਸੇ ਵੀ ਫੰਕਸ਼ਨ ਦੀ, ਉਸ ਫੰਕਸ਼ਨ ਦੀ ਜਿਹਨੂੰ ਅਸੀਂ ਚੈੱਕ ਕਰ ਰਹੇ ਹਾਂ, ਉਹਦੀ ਲਿਮਿਟ ਲੈਫਟ ਹੈਂਡ ਲਿਮਿਟ, ਉਹਦੀ ਰਾਈਟ ਹੈਂਡ ਸਾਈਡ ਲਿਮਿਟ
ਐਂਡ ਐਟ ਅ ਪੁਆਇੰਟ ਵੈਲਿਊ ਫੰਕਸ਼ਨ ਦੀ ਜੇਕਰ ਇਹ ਤਿੰਨੋਂ ਸੇਮ ਨੇ ਤਾਂ ਉਸ ਫੰਕਸ਼ਨ ਨੂੰ ਅਸੀਂ ਕੀ ਬੋਲਦੇ ਹਾਂ ਬੱਚੇ, ਕੰਟੀਨਿਊਸ ਫੰਕਸ਼ਨ ਬੋਲਦੇ ਹਾਂ। ਲੈਫਟ ਲਿਮਿਟ, ਰਾਈਟ ਲਿਮਿਟ, ਐਟ ਅ ਪੁਆਇੰਟ ਲਿਮਿਟ, ਜੇਕਰ ਇਹ ਤਿੰਨੋਂ ਵੈਲਿਊ ਸਾਡੇ ਕੋਲ ਸੇਮ ਨੇ ਤਾਂ ਅਸੀਂ ਫੰਕਸ਼ਨ ਨੂੰ ਕੀ ਬੋਲਦੇ ਹਾਂ, ਕੰਟੀਨਿਊਸ। ਅਦਰਵਾਈਜ਼ ਇਹਦੀ ਡੈਫੀਨੇਸ਼ਨ ਕਿਵੇਂ ਇਹਨੂੰ ਗ੍ਰਾਫ 'ਤੇ ਉਹ ਆਪਾਂ ਕਦੇ ਫਿਰ ਡਿਸਕਸ ਕਰਾਂਗੇ ਕਿ ਕਿਵੇਂ ਅਸੀਂ ਫੰਕਸ਼ਨ ਨੂੰ ਕੰਟੀਨਿਊਸ ਦਿਖਾ ਸਕਦੇ ਹਾਂ। ਹੁਣ ਸਾਡਾ ਮੇਨ ਫੋਕਸ ਇਹੀ ਹੈ ਬੱਚੇ, ਕਹਿੰਦੇ ਜੇ ਫੰਕਸ਼ਨ ਕੰਟੀਨਿਊਸ ਹੈ ਇਸਦਾ ਮਤਲਬ ਇਹਦੀ ਲੈਫਟ ਲਿਮਿਟ, ਰਾਈਟ ਲਿਮਿਟ ਪਲੱਸ ਐਟ ਅ ਪੁਆਇੰਟ ਫੰਕਸ਼ਨ ਦੀ ਵੈਲਿਊ ਕੀ ਹੋਊਗੀ, ਤਿੰਨਾਂ ਚੀਜ਼ਾਂ ਦੀ ਸੇਮ ਵੈਲਿਊ ਆ ਜਿਹੜੀ ਉਹ ਸਾਨੂੰ ਮਿਲੇਗੀ। ਹੁਣ ਦੇਖਦੇ ਹਾਂ ਸਾਡੇ ਪ੍ਰੂਫ ਬੱਚੇ, ਕਹਿੰਦੇ ਸਭ ਤੋਂ ਪਹਿਲਾਂ ਅਸੀਂ ਨੇ ਇਹ ਲੈਟ ਕੀਤਾ ਕਿ ਫੰਕਸ਼ਨ ਕੰਟੀਨਿਊਸ ਆ, ਮੰਨ ਕੇ ਚੱਲਿਆ ਕਿ ਪਹਿਲਾਂ ਸਾਨੂੰ ਦਿੱਤਾ ਹੋਇਆ ਕਿ ਫੰਕਸ਼ਨ ਕੰਟੀਨਿਊਸ ਆ। ਪ੍ਰੂਫ ਕੀ ਕਰਾਉਣਾ ਕਿ ਰਾਈਮਨ ਸਟੈਲਜਸ ਇੰਟੈਗਰਲ ਵੀ ਹੈ ਜਾਂ ਰਾਈਮਨ ਸਟੈਲਜਸ ਵੀ ਆ। ਤਾਂ ਰਾਈਮਨ ਸਟੈਲਜਸ ਲਈ ਕੀ ਕਿਹਾ ਬੱਚੇ, ਕਹਿੰਦੇ ਜਿਹੜਾ ਉਹਦਾ ਸਮ ਆ ਸਾਡੇ ਕੋਲ ਉਸ ਦੇ ਉੱਤੇ ਅਸੀਂ ਕੰਡੀਸ਼ਨ ਲਗਾਵਾਂਗੇ ਕਿ ਉਹਦਾ ਜਿਹੜਾ ਸਮ ਆ ਉਹ ਐਗਜ਼ਿਸਟ ਕਰਨਾ ਚਾਹੀਦਾ ਅਤੇ ਸਾਡੇ ਕੋਲ ਫਾਈਨਾਈਟ ਵੈਲਿਊ ਜਿਹੜੀ ਉਹਦੀ ਮਿਲਣੀ ਚਾਹੀਦੀ ਹੈ ਸਾਨੂੰ। ਤਾਂ ਅਸੀਂ ਸਭ ਤੋਂ ਪਹਿਲਾਂ ਸਾਨੂੰ ਇੱਕ ਪਾਰਟੀਸ਼ਨ ਚਾਹੀਦੀ ਹੈ। ਕਿਸ ਇੰਟਰਵਲ 'ਤੇ ਫੰਕਸ਼ਨ ਡਿਫਾਈਨ ਆ, -1 ਤੋਂ 1 ਦੇ ਵਿੱਚ ਫੰਕਸ਼ਨ ਡਿਫਾਈਨ ਆ, ਤਾਂ ਅਸੀਂ ਫੰਕਸ਼ਨ ਦੀ ਪਾਰਟੀਸ਼ਨ ਕਰ ਲਈ ਕਿਸ ਤਰ੍ਹਾਂ ਦੇ ਨਾਲ, ਕਹਿੰਦੇ -1 ਨੂੰ ਅਸੀਂ x ਮੰਨ ਲਿਆ, x2 ਅਪ ਟੂ ਸੋ ਔਨ ਵਿੱਚ ਕਿਤੇ 0 ਆ, 0 ਤੋਂ ਬਾਅਦ ਸਾਡੇ ਕੋਲ ਕਿਤੇ ਆਏਗਾ 1, ਕਿਉਂਕਿ -1 ਤੋਂ 1 ਬੱਚੇ ਅਸੀਂ 2 ਪਾਰਟਸ 'ਚ ਬ੍ਰੇਕ ਕਰ ਲਿਆ, -1 ਤੋਂ 0, 0 ਤੋਂ ਲੈ ਕੇ 1 ਦੇ ਵਿੱਚ ਬਹੁਤ ਸਾਰੇ ਨੰਬਰਸ ਨੇ ਜਿਨ੍ਹਾਂ ਨੂੰ ਤੁਸੀਂ ਨੇਮ ਨਹੀਂ ਦਿੱਤੇ, ਬਸ x1 x2 ਇਸ ਤਰ੍ਹਾਂ ਕਹਿ ਕੇ ਛੱਡ ਲਿਆ। ਹੁਣ ਸਾਡੇ ਕੋਲ ਸਮ ਕੀ ਸੀਗਾ, ਰਾਈਮਨ ਸਟੈਲਜਸ ਸਮ ਕੀ ਸੀਗਾ, ਕਹਿੰਦੇ SP F ਐਲਫਾ ਕਿਹਦੇ ਇਕੁਅਲ ਸੀਗਾ, ਸਮੇਸ਼ਨ ਉੱਥੇ ਵਿੱਚ ਕੇ ਡੈਫੀਨੇਸ਼ਨ 'ਚ ਕੇ ਦਿੱਤਾ ਹੋਇਆ ਸੀ, ਆਈ ਦੇ ਨਾਲ ਨੋਟੇਸ਼ਨ ਯੂਜ਼ ਕਰ ਸਕਦੇ ਹੋ, ਕੋਈ ਨਹੀਂ, ਕਹਿੰਦੇ I = 1 to n f of t ਹੈ, ਕੋਈ ਅਸੀਂ ਆ ਜਿਹੜੀ ਪਾਰਟੀਸ਼ਨ ਹੈ ਇਹਦਾ ਕੋਈ ਸਬ ਇੰਟਰਵਲ ਲਵਾਂਗੇ, ਉਸ ਸਬ ਇੰਟਰਵਲ ਦੇ ਵਿੱਚੋਂ ਕੋਈ TK ਪੁਆਇੰਟ ਲਵਾਂਗੇ, ਉਹਦੇ ਲਈ ਅਸੀਂ ਸਮੇਸ਼ਨ ਆ ਜਿਹੜਾ ਉਹ ਓਪਨ ਕਰਾਂਗੇ। ਇੱਥੇ ਸੀਗਾ ਸਾਡੇ ਕੋਲ ਡੈਲ ਦੀ ਵੈਲਿਊ ਵਿੱਚ ਅਸੀਂ ਉਦੋਂ ਵੀ ਕਿਹਾ, ਕਹਿੰਦੇ ਡੈਲ ਦਾ ਮਤਲਬ ਕੀ ਹੁੰਦਾ, ਡਿਫਰੈਂਸ, ਉਹਦਾ ਡਿਫਰੈਂਸ ਕੀ ਸੀਗਾ ਸਾਡੇ ਕੋਲ, ਜਿਵੇਂ ਉੱਥੇ ਡੈਲ ਐਲਫਾ ਕੇ ਲਿਖਿਆ ਹੋਇਆ ਸੀ ਤਾਂ ਉਹਨੂੰ ਲਿਖ ਸਕਦੇ ਸੀ ਐਲਫਾ ਕੇ XK ਮਾਈਨਸ ਐਲਫਾ XK -1, ਸੋ ਅਸੀਂ ਇੱਥੇ ਓਪਨ ਕੀਤਾ ਹੋਇਆ ਦਰਅਸਲ। ਹੁਣ ਦੇਖੋ ਸਾਨੂੰ ਫੰਕਸ਼ਨ ਨਹੀਂ ਪਤਾ, ਐਫ ਨਹੀਂ ਪਤਾ ਕਿ ਕਿਸ ਤਰ੍ਹਾਂ ਦੀ ਉਹਦੀ ਵੈਲਿਊ ਸਾਨੂੰ ਦੇ ਰਿਹਾ, ਉਹ ਅਨਨੋਨ ਆ ਸਾਡੇ ਲਈ, ਸਿਰਫ ਇੰਨਾ ਪਤਾ ਕਿ ਉਹ ਬਾਊਂਡਡ ਫੰਕਸ਼ਨ ਆ, ਬਟ ਐਲਫਾ ਤਾਂ ਦੇ ਰੱਖਿਆ ਨਾ ਕਿ ਕਿਸ ਤਰ੍ਹਾਂ ਦੀ ਵੈਲਿਊ ਸਾਨੂੰ ਦੇ ਰਿਹਾ। ਹੁਣ ਦੇਖੋ ਜਿਹੜੀ ਐਲਫਾ ਦੀ ਵੈਲਿਊ ਆ ਬੱਚੇ, ਇੱਧਰ ਆ ਪਿਆ ਸਾਡਾ 0 ਤੋਂ ਇੱਧਰਲੀਆਂ ਸਾਰੀਆਂ ਪੁਆਇੰਟਸ ਜਿੰਨੇ ਵੀ ਪੁਆਇੰਟਸ ਪਏ ਨੇ ਇਹਨਾਂ ਸਾਰਿਆਂ ਦੇ ਲਈ ਐਲਫਾ ਕੀ ਆ, 0 ਦੇ ਰਿਹਾ, ਅਤੇ ਜਿਹੜੀਆਂ 0 ਤੋਂ ਉੱਪਰ ਵਾਲੀਆਂ ਪੋਜ਼ੀਟਿਵ ਸਾਈਡ ਵਾਲੀਆਂ ਵੈਲਿਊਜ਼ ਨੇ ਉਹਨਾਂ ਸਾਰਿਆਂ ਦੇ ਲਈ ਆਨਸਰ ਮਿਲ ਰਿਹਾ, ਅਤੇ ਜਿਹੜੀ ਵਿੱਚ ਐਟ ਅ ਪੁਆਇੰਟ 0 ਆ ਉੱਥੇ ਕੀ ਮਿਲ ਰਿਹਾ, 1/2 ਮਿਲ ਰਿਹਾ। ਇਸ ਦਾ ਮਤਲਬ ਬਸ ਫੰਕਸ਼ਨ ਸਾਨੂੰ ਇਹਨਾਂ ਚੀਜ਼ਾਂ ਨੂੰ ਹੀ ਸੋਲਵ ਕਰਨਾ ਪੈਣਾ, ਇੱਕ ਤਾਂ 0 ਤੋਂ ਜੋ ਇਹਦਾ ਪਿਛਲਾ ਪੁਆਇੰਟ ਹੋਊਗਾ ਉਹਦੇ ਲਈ, ਅਤੇ 0 ਤੋਂ ਇੱਕ ਅਗਲਾ ਪੁਆਇੰਟ ਉਹਦੇ ਲਈ, ਕਿਉਂਕਿ ਬਾਕੀ ਤਾਂ ਸਾਰੀਆਂ ਸੇਮ ਹੀ ਹੋ ਜਾਣੀਆਂ, ਜਿਵੇਂ 0 - 0 0 - 0 ਇੱਧਰ ਕੀ ਹੋਈ ਜਾਊਗਾ 1 - 1 1 - 1, ਫਰਕ ਕਿੱਥੇ ਪੈਗਾ, ਜਿਵੇਂ ਹੁਣ ਇੱਥੇ ਸਾਡੇ ਕੋਲ 0 ਆ ਬੱਚੇ, ਇੱਥੇ ਮੰਨ ਲਓ ਸਾਡੇ ਕੋਲ ਹੈਗਾ 0.1 ਅਤੇ ਇੱਧਰ ਸਾਡੇ ਕੋਲ ਹੈਗਾ -0. ਕੁਛ ਵੀ ਲੈ ਲਓ, ਮੰਨ ਲਓ -0.9 ਸਮਥਿੰਗ। ਹੁਣ ਜੇਕਰ ਸਾਡੇ ਕੋਲ ਇੱਧਰ ਨੂੰ ਜਾਵਾਂਗੇ ਬੱਚੇ ਤਾਂ ਇੱਧਰਲੀ ਸਾਈਡ 'ਤੇ ਸਾਡੇ ਕੋਲ ਕੀ ਆ ਰਿਹਾ, ਇੱਧਰ ਇਸ ਪੁਆਇੰਟ 'ਤੇ ਵੈਲਿਊ ਕਿੰਨੀ ਹੈ 1/2, ਪਰ ਜਦੋਂ ਵੀ ਇੱਧਰ ਇਹ ਤੋਂ ਛੋਟੀਆਂ ਵੈਲਿਊਜ਼ ਵੱਲ ਗਏ ਆਨਸਰ ਕੀ ਮਿਲੇਗਾ ਸਾਨੂੰ, ਇੱਧਰ ਮਿਲੇਗਾ 0 ਅਤੇ ਇੱਧਰ ਸਾਡੇ ਕੋਲ ਕੀ ਆ 1 ਆਨਸਰ। ਬਸ ਫਰਕ ਕੀ ਹੋਏਗਾ, ਬਸ ਇਸ ਦਾ ਮਤਲਬ ਡਿਫਰੈਂਸ ਅਸੀਂ ਸਿਰਫ ਇੰਨਾ ਪੁਆਇੰਟਸ ਦਾ ਦੇਖਣਾ, 2 ਇੰਟਰਵਲ ਦਾ ਦੇਖਣਾ, ਬਾਕੀ ਤਾਂ ਸਾਰੇ ਆਪਸ 'ਚ ਹੀ ਸੇਮ ਹੋਈ ਜਾਣਗੇ। ਇੱਧਰ 1 1 ਆਈ ਜਾਊਗਾ, 1 - 1 1 - 1 0 ਹੋਈ ਜਾਊ, ਇੱਧਰ ਸਾਰੇ 0 0 ਆਈ ਜਾਣਗੇ, ਤਾਂ ਉਹ ਵੀ ਸਾਨੂੰ ਕੋਈ ਫਰਕ ਨਹੀਂ ਪਏਗਾ। ਸੋ ਸਿਰਫ ਅਸੀਂ ਸਿਰਫ ਆਹ ਜਿਹੜੀ ਵਿਚਲੇ 2 ਪਾਰਟ ਨੇ ਉਹਨਾਂ ਨੂੰ ਹੀ ਸੋਲਵ ਕਰਨ ਦੀ ਸਾਨੂੰ ਲੋੜ ਹੈ। ਇੱਕ ਤਾਂ ਕੀ ਆਏਗਾ 1/2 - 0 ਅਤੇ ਇੱਕ ਕੀ ਆਏਗਾ 1 - 1/2। ਆਈ ਹੋਪ ਕਲੀਅਰ ਹੋ ਗਿਆ ਹੋਏਗਾ ਬੱਚੇ, ਜੇਕਰ ਨਹੀਂ ਕਲੀਅਰ ਤਾਂ ਇਸ ਪਾਰਟੀਸ਼ਨ ਨੂੰ ਤੁਸੀਂ ਲਿਖ ਕੇ ਦੇਖੋਗੇ, ਦੇ 0 ਤੋਂ ਇੱਕ ਇੱਧਰਲਾ ਪੁਆਇੰਟ ਲੈ ਲਓ, ਲੈਫਟ ਹੈਂਡ ਸਾਈਡ ਦਾ ਇੱਕ ਰਾਈਟ ਹੈਂਡ ਸਾਈਡ ਦਾ, ਫਿਰ ਦੇਖੋਗੇ ਬਾਕੀ ਵੈਲਿਊ ਤਾਂ ਸਾਡੇ ਕੋਲ ਸੇਮ ਹੀ ਆਈ ਜਾਂਦੇ ਨੇ, ਬਸ ਇਹੀ ਇੱਕ ਜਿਹੜਾ ਮੇਨ ਆ 0 ਦੇ ਇੱਕ ਇੱਧਰਲੀ ਸਾਈਡ ਲੈਫਟ ਅਤੇ ਇੱਕ ਰਾਈਟ ਸਾਈਡ ਉਹੀ ਮੇਨ ਸਾਨੂੰ ਵੈਲਿਊ ਦੇ ਰਿਹਾ, ਇਸ ਲਈ ਇਹਨਾਂ ਨੇ ਇਹੀ ਵੈਲਿਊ ਸਬਸਟੀਟਿਊਟ ਕੀਤੀਆਂ ਨੇ ਬੱਚੇ। ਹੁਣ ਦੇਖੋ 1/2 - 0 ਇੱਧਰ ਵੀ 1 - 1/2 ਕਿੰਨਾ ਆਏਗਾ 1/2, ਸੋ 1/2 ਓਵਰਆਲ ਕਾਮਨ ਨਿਕਲ ਗਿਆ, ਅੰਦਰ ਕੀ ਬਚਿਆ f of t j - 1 ਪਲੱਸ f of t। ਅਸੀਂ ਕੀ ਸਾਨੂੰ ਦਿੱਤਾ ਹੋਇਆ ਬੱਚੇ ਫੰਕਸ਼ਨ ਕੰਟੀਨਿਊਸ ਆ ਐਟ ਅ ਪੁਆਇੰਟ x = 0, ਉਹਦਾ ਯੂਜ਼ ਕਰਨਾ, ਕਹਿੰਦੇ ਜੇਕਰ ਕਿਸੇ ਪਰਟੀਕੂਲਰ ਪੁਆਇੰਟ, ਕਿਹੜੇ ਪਰਟੀਕੂਲਰ ਪੁਆਇੰਟ ਜੋ ਅਸੀਂ ਕੋਈ ਵੀ ਫਿਲ ਕਰਕੇ ਦੇਖ ਲੈਣਾ, ਕਹਿੰਦੇ ਜੇਕਰ ਸਾਡੇ ਕੋਲ t j i j - 1 ਅਤੇ t j ਇਹ ਦੋਨੋਂ ਪੁਆਇੰਟ ਅਸੀਂ 0 ਲੈ ਲਿਓ, ਦੇਖੋ ਜੇ ਇੱਥੇ 0 ਲਿਆ ਤਾਂ ਸਾਡੇ ਕੋਲ ਕੀ ਬਣ ਜਾਏਗਾ 1/2 f of 0 ਪਲੱਸ f of 0 ਇਹੀ ਬਣੇਗਾ। ਹੁਣ ਦੇਖੋ f of 0 ਪਲੱਸ f of 0 2f0 ਅਪੋਨ ਬਾਹਰ ਵੀ ਕੀ ਸੀਗਾ 1/2, 2 ਨਾਲ 2 ਕੈਂਸਲ ਹੋ ਗਿਆ, ਪਿੱਛੇ ਕੀ ਬਚੇਗਾ f of 0। ਸੋ ਸਾਡੇ ਕੋਲ ਸਾਰਾ ਸੋਲਵ ਕਰਕੇ ਕੀ ਵੈਲਿਊ ਆ ਗਈ SP F ਐਲਫਾ ਕਿਹਦੇ ਇਕੁਅਲ ਆ ਗਿਆ f of 0 ਦੇ ਇਕੁਅਲ ਆ ਗਿਆ ਬੱਚੇ, f of 0 ਦੇ ਇਕੁਅਲ। ਹੁਣ ਦੇਖੋ ਸਾਡੇ ਕੋਲ ਕੀ ਪ੍ਰੂਫ ਕਰਨਾ ਕਿ ਰਾਈਮਨ ਸਟੈਲਜਸ ਆ, ਇਸਦਾ ਮਤਲਬ ਜੇ ਸਾਡੇ ਕੋਲ ਇਹਦੀ ਜਿਹੜੀ ਇੰਟੀਗ੍ਰੇਸ਼ਨ ਆ ਉਹ ਐਗਜ਼ਿਸਟ ਕਰੇ ਜਾਂ ਕਹਿ ਲਓ ਕਿ ਫਾਈਨਾਈਟ ਆ ਤਾਂ ਸਾਡੇ ਕੋਲ ਕੀ ਹੋ ਜਾਏਗਾ, ਇਹ ਰਾਈਮਨ ਸਟੈਲਜਸ ਹੋ ਜਾਏਗਾ। ਹੁਣ ਇੱਥੋਂ ਸਾਨੂੰ ਕੀ ਪਤਾ ਲੱਗ ਰਿਹਾ ਬੱਚੇ, ਕਹਿੰਦੇ ਜਿਹੜੀ ਅਸੀਂ ਪਾਰਟੀਸ਼ਨ ਲਈ ਆ, ਪਾਰਟੀਸ਼ਨ ਦੇ ਵਿੱਚ ਦੇਖੋ ਜੇ ਅਸੀਂ ਇਸ ਪਾਰਟੀਸ਼ਨ ਨੂੰ ਹੋਰ ਛੋਟੇ ਤੋਂ ਛੋਟਾ ਬ੍ਰੇਕ ਕਰਦੇ ਜਾਈਏ, ਮਤਲਬ
ਇਹਦਾ ਮਤਲਬ ਕੀ ਹੋਏਗਾ, ਦੇਖੋ ਸਾਡੇ ਕੋਲ ਨੋਰਮ ਆ ਜਿਹੜੀ ਉਹ ਅਪਰੋਚ ਕਰ ਰਹੀ ਆ 0 ਨੂੰ। ਨੋਰਮ ਦਾ ਮਤਲਬ ਕੀ ਹੁੰਦਾ, ਇਸ ਪਾਰਟੀਸ਼ਨ ਦੀ ਲੈਂਥ, ਕਹਿੰਦੇ ਜਿਹੜੀ ਇਸ ਪਾਰਟੀਸ਼ਨ ਦੀ ਉਹ ਜੋ ਅਸੀਂ ਪਾਰਟੀਸ਼ਨ ਕੀਤੀ ਹੈ, ਜੇਕਰ ਉਹਦੀ ਲੈਂਥ 0 ਨੂੰ ਅਪਰੋਚ ਕਰ ਰਹੇ ਹਾਂ, ਮਤਲਬ ਅਸੀਂ ਉਹਦੀ ਲੈਂਥ ਬਹੁਤ ਛੋਟੀ ਕਰਦੇ ਜਾ ਰਹੇ ਹਾਂ, ਹੋਰ ਛੋਟੀ ਹੋਰ ਛੋਟੀ ਹੋਰ ਛੋਟੀ। ਦੇਖੋ -1 ਤੋਂ ਵੀ ਅਸੀਂ ਛੋਟੀ ਕਰ ਰਹੇ ਹਾਂ, ਇਸ ਦਾ ਮਤਲਬ ਬੱਚੇ ਸਾਡੇ ਪੁਆਇੰਟ ਕਿਵੇਂ ਲੈਣੇ ਪੈਣਗੇ, 0.99999, 0.1111, 0 ਪੁਆਇੰਟ ਸਮਥਿੰਗ, ਨੈਗੇਟਿਵ 'ਚ ਵੀ ਉਹੀ, ਪੋਜ਼ੀਟਿਵ 'ਚ ਵੀ ਉਹੀ, -1 ਤੋਂ ਲੈ ਕੇ 1 ਦੇ ਵਿੱਚ ਪੁਆਇੰਟ, ਤਾਂ ਸਾਰੇ ਕਿਹਨੂੰ ਅਪਰੋਚ ਕਰ ਜਾਣਗੇ, 0 ਦੇ ਨੇੜੇ ਜਾਣਗੇ। ਤਾਂ ਅਸੀਂ ਕਹਿ ਸਕਦੇ ਹਾਂ, ਕਹਿੰਦੇ ਜਿਵੇਂ ਜਿਵੇਂ ਤੁਸੀਂ ਨੋਰਮ ਨੂੰ ਛੋਟਾ ਕਰਦੇ ਜਾਓਗੇ, ਮਤਲਬ ਕਿ ਲੈਂਥ ਨੂੰ ਘਟਾਉਂਦੇ ਜਾਓਗੇ, ਪਾਰਟੀਸ਼ਨ ਦੀ ਲੈਂਥ ਨੂੰ 0 ਦੇ ਨੇੜੇ ਲੈ ਕੇ ਜਾਓਗੇ, ਤਾਂ ਜਿਹੜੇ ਇਹਦੇ ਪੁਆਇੰਟ ਜੋ ਅਸੀਂ ਪਰਟੀਕੂਲਰ ਪੁਆਇੰਟ ਇਹਦੇ ਵਿੱਚੋਂ ਕੋਈ ਲਿਆ ਸੀ ਸਬ ਇੰਟਰਵਲ 'ਚੋਂ xk -1 ਜਾਂ xk + 1, ਇਸ ਇੰਟਰਵਲ ਦੇ ਵਿੱਚੋਂ ਕੋਈ tk ਲਿਆ ਸੀਗਾ ਕੋਈ ਵੀ ਪੁਆਇੰਟ, ਫਿਰ ਉਹ ਵੀ ਕਿਹਨੂੰ ਅਪਰੋਚ ਕਰੇਗਾ, ਉਹ ਵੀ 0 ਨੂੰ ਅਪਰੋਚ ਕਰੇਗਾ ਬੱਚੇ, ਕਿਉਂਕਿ ਉਹ ਪੁਆਇੰਟ ਸਾਰੇ ਪੁਆਇੰਟ ਕਿਹਨੂੰ ਅਪਰੋਚ ਕਰ ਰਹੇ ਨੇ, 0 ਨੂੰ ਅਪਰੋਚ ਕਰ ਰਹੇ ਨੇ। ਤਾਂ ਦੋਨੋਂ ਪੁਆਇੰਟ 0 ਨੂੰ, ਕਿਹੜੀ ਸਾਈਡ ਤੋਂ, ਇੱਕ ਲੈਫਟ ਹੈਂਡ ਸਾਈਡ ਤੋਂ, ਇੱਕ ਰਾਈਟ ਹੈਂਡ ਸਾਈਡ ਤੋਂ ਬੱਚੇ, ਕਿਉਂਕਿ ਇੱਕ ਅਸੀਂ ਨੈਗੇਟਿਵ ਸਾਈਡ ਤੋਂ ਚੱਕ ਰਹੇ -1 ਤੋਂ 0 ਦੇ ਵਿੱਚ, ਇੱਕ 0 ਤੋਂ ਲੈ ਕੇ 1 ਦੇ ਵਿੱਚ। ਸੋ ਦੋਨੋਂ ਹੀ ਕਿਹਨੂੰ ਅਪਰੋਚ ਕਰਨਗੇ, 0 ਨੂੰ ਅਪਰੋਚ ਕਰਨਗੇ। ਜੇਕਰ 0 ਨੂੰ ਅਪਰੋਚ ਕਰ ਰਹੇ ਨੇ, ਉਸ ਤੋਂ ਬਾਅਦ ਬੱਚੇ ਸਾਡੇ ਕੋਲ ਕੀ ਆ, ਇਹ ਤੋਂ ਬਾਅਦ ਇਹ ਤਾਂ ਬਣ ਜਾਏਗਾ, ਕਿਉਂਕਿ ਦੋਨੋਂ ਸਾਈਡ 'ਤੇ ਅਸੀਂ ਨੋਰਮ ਕਿਹਨੂੰ ਅਪਲਾਈ ਕਰਾਤਾ, ਅਪਰੋਚ ਕਰਾਤਾ, 0 ਨੂੰ ਅਪਰੋਚ ਕਰਤਾ। ਦੇਖੋ ਇੱਧਰ ਜੇ ਅਸੀਂ ਨੋਰਮ 0 ਨੂੰ ਅਪਰੋਚ ਕੀਤਾ, ਤਾਂ ਇਹਦਾ ਮਤਲਬ ਸਾਡੇ ਕੋਲ ਇਹਦੀ ਮੇਨ ਵੈਲਿਊ ਵਿੱਚ ਸਾਡੇ ਕੋਲ ਇਹੀ ਹੁੰਦੀ ਹੈ, ਕਹਿੰਦੇ ਰਾਈਮਨ ਸਟਾਈਲ ਜਸਟ ਕਦੋਂ ਹੁੰਦਾ, ਜਦੋਂ SP f α ਮਾਈਨਸ ਇੰਟੀਗ੍ਰੇਸ਼ਨ ਆਫ f d α ਲੈਸ ਦੈਨ ਹੋ ਜਾਵੇ ਐਪਸਾਈਲਨ ਤੋਂ। ਜਦੋਂ ਅਸੀਂ ਅਪਰੋਚ ਕਰਾਉਂਦੇ ਹੁੰਦੇ ਹਾਂ ਨੋਰਮ ਅਪਰੋਚਿਸ ਟੂ 0, ਦੈਨ ਕੀ ਬਣ ਜਾਂਦਾ, ਕਹਿੰਦੇ SP f α ਕਿਹਦੇ ਇਕੁਅਲ ਆ ਜਾਂਦਾ, ਇੰਟੀਗ੍ਰੇਸ਼ਨ f d α ਦੇ ਇਕੁਅਲ ਆ ਜਾਂਦਾ। ਤਾਂ ਇੱਥੇ ਵੀ ਦੇਖੋ ਨੋਰਮ ਅਪਲਾਈ ਕਰਾਇਆ ਹੋਇਆ, ਇਸ ਦਾ ਮਤਲਬ ਸਾਡੇ ਕੋਲ SP f α ਦੀ ਵੈਲਿਊ ਕਿਹਦੇ ਇਕੁਅਲ ਆ ਜਾਏਗੀ, ਸਮਿਸ਼ਨ f d α। ਜੇਕਰ ਵਿੱਚ ਇਹ ਸਾਨੂੰ ਨਹੀਂ ਸਮਝ ਆਉਂਦਾ, ਤਾਂ ਜਦੋਂ ਇਸ ਚੈਪਟਰ ਦੀ ਅਸੀਂ ਸਟਾਰਟਿੰਗ ਕਰਦੇ ਹਾਂ, ਤਾਂ ਪਹਿਲੀਆਂ ਦੋ ਜਿਹੜੀਆਂ ਥਿਓਰਮਸ ਨੇ ਉਹਨਾਂ ਦੇ ਵਿੱਚ ਇਹੀ ਕੰਸੈਪਟ ਯੂਜ਼ ਕੀਤਾ ਹੋਇਆ, SP f α ਮਾਈਨਸ ਇੰਟੀਗ੍ਰੇਸ਼ਨ ਆਫ f d α ਲੈਸ ਦੈਨ ਐਪਸਾਈਲਨ ਹੋਏਗਾ। ਜਦੋਂ ਅਸੀਂ ਨੋਰਮ ਅਪਰੋਚ ਕਰਦੇ ਨੇ 0, ਤਾਂ ਇਹਦੇ ਇੰਟੈਗਰਲ ਦੇ ਇਕੁਅਲ ਆ ਜਾਂਦੇ ਆ। ਹੁਣ ਦੇਖੋ ਜਿਹੜਾ ਇੰਟੈਗਰਲ ਆ ਬੱਚੇ, ਇਹਦੀ ਲੈਫਟ ਲਿਮਿਟ ਤੇ ਇਹਦੀ ਰਾਈਟ ਲਿਮਿਟ, ਦੇਖੋ ਸਾਡੇ ਕੋਲ ਫੰਕਸ਼ਨ ਕੰਟੀਨਿਊਸ ਆ। ਜੇਕਰ ਕੰਟੀਨਿਊਸ ਆ ਤਾਂ ਅਸੀਂ ਕੰਟੀਨਿਊਸ ਦੀ ਡੈਫੀਨੇਸ਼ਨ ਪਹਿਲਾਂ ਹੀ ਕਿਹਾ ਕਿ ਉਹਦੀ ਲੈਫਟ ਲਿਮਿਟ, ਰਾਈਟ ਲਿਮਿਟ, ਐਟ ਅ ਪੁਆਇੰਟ ਫੰਕਸ਼ਨ ਦੀ ਵੈਲਿਊ, ਤਿੰਨੋਂ ਵੈਲਿਊਜ਼ ਕੀ ਹੋਣਗੀਆਂ, ਸੇਮ ਹੋਣਗੀਆਂ। ਤੇ ਬੱਚੇ ਸੇਮ ਹੋਣਗੀਆਂ ਪਲੱਸ ਉਹ ਫਾਈਨਾਈਟ ਵੀ ਹੋਣਗੀਆਂ, ਕਿਉਂਕਿ ਜੇ ਫਾਈਨਾਈਟ ਹੁੰਦੀਆਂ ਤਾਂ ਹੀ ਫੰਕਸ਼ਨ ਸਾਡੇ ਕੋਲ ਕੰਟੀਨਿਊਸ ਹੁੰਦਾ। ਇਸ ਦਾ ਮਤਲਬ ਸਾਡੇ ਕੋਲ ਇਹਦੀਆਂ ਜਿਹੜੀ ਲਿਮਿਟਸ ਨੇ ਨੈਗੇਟਿਵ ਸਾਈਡ ਤੋਂ ਪੋਜ਼ੀਟਿਵ ਸਾਈਡ ਤੋਂ, ਉਹ ਦੋਨੋਂ ਹੀ ਐਗਜ਼ਿਸਟ ਕਰ ਰਹੀਆਂ ਨੇ, ਪਲੱਸ ਐਟ ਅ ਪੁਆਇੰਟ ਵੀ ਉਹ ਸਾਡੇ ਕੋਲ ਕੀ ਹੈ, ਸੇਮ ਆ, ਤਿੰਨੋਂ ਫਾਈਨਾਈਟ ਵੈਲਿਊ ਦੇ ਰਹੇ ਨੇ। ਇਸ ਦਾ ਮਤਲਬ ਇਹ ਇੰਟੈਗਰਲ ਐਗਜ਼ਿਸਟ ਕਰ ਰਿਹਾ। ਜੇ ਬੱਚੇ ਐਗਜ਼ਿਸਟ ਕਰ ਰਿਹਾ, ਇਹਦੀ ਸਾਡੇ ਕੋਲ ਜਿਹੜਾ ਫੰਕਸ਼ਨ ਹੋ ਗਿਆ ਉਹ ਕੀ ਹੋ ਗਿਆ, ਸਾਡੇ ਕੋਲ ਰਾਈਮਨ ਸਟਾਈਲਸ। ਕਿਉਂਕਿ ਮੇਨ ਇਹ ਹੈ ਕਿ ਸਾਡੇ ਕੋਲ ਕੀ ਜਿਹੜਾ ਇੰਟੈਗਰਲ ਆ ਉਹ ਕੀ ਕਰਨਾ ਚਾਹੀਦਾ, ਐਗਜ਼ਿਸਟ ਕਰਨਾ ਚਾਹੀਦਾ। ਜੇ ਐਗਜ਼ਿਸਟ ਕਰ ਰਿਹਾ ਤਾਂ ਫੰਕਸ਼ਨ ਕੀ ਹੋਏਗਾ, ਰਾਈਮਨ ਸਟਾਈਲਸ ਫੰਕਸ਼ਨ ਹੋ ਜਾਏਗਾ। ਸੋ ਇਹ ਸੀਗਾ ਸਾਡਾ ਮੇਨ ਪਹਿਲਾ ਪ੍ਰੂਫ। ਹੁਣ ਅੱਗੇ ਅਸੀਂ ਮੰਨ ਕੇ ਚੱਲਾਂਗੇ ਬੱਚੇ ਕਿ ਫੰਕਸ਼ਨ ਸਾਡੇ ਕੋਲ R ਐਲਫਾ ਨੂੰ ਬਿਲੋਂਗ ਕਰਦੇ, ਤੇ ਪ੍ਰੂਫ ਕੀ ਕਰਾਉਣਾ, ਫੰਕਸ਼ਨ ਕੰਟੀਨਿਊਸ ਹੋਏਗਾ ਐਟ ਅ ਪੁਆਇੰਟ x = 0। ਹੁਣ ਬੱਚੇ ਇਹਦੇ ਵਿੱਚ ਅਸੀਂ ਸੈਕਿੰਡ ਅਪਰੋਚ ਯੂਜ਼ ਕਰਾਂਗੇ। ਕਹਿੰਦੇ ਹੁਣ ਜੇਕਰ ਰਾਈਮਨ ਸਟਾਈਲਸ ਹੋਏਗਾ ਤਾਂ ਉਹਦੇ ਵਿੱਚ ਅਸੀਂ ਇੱਕ ਸੈਕਿੰਡ ਡੈਫੀਨੇਸ਼ਨ ਕੀਤੀ ਆ UPF ਐਲਫਾ ਤੇ LPF ਐਲਫਾ ਦੀ। UPF ਐਲਫਾ ਕੀ ਹੁੰਦਾ, ਸਾਡੇ ਕੋਲ ਅਪਰ ਰਾਈਮਨ ਸਟਾਈਲਸ ਸਮ, ਤੇ LPF ਐਲਫਾ ਕੀ ਹੁੰਦਾ, ਸਾਡੇ ਕੋਲ ਲੋਅਰ ਰਾਈਮਨ ਸਟਾਈਲਸ ਸਮ। ਹੁਣ ਸੇਮ ਹੀ ਕੰਸੈਪਟ ਆ ਬੱਚੇ, ਜਿਵੇਂ ਅਸੀਂ ਇਹਨੇ ਰਾਈਮਨ ਸਮ ਕੀਤੇ ਸੀਗੇ, ਰਾਈਮਨ ਸਟਾਈਲਸ ਸਮ ਵੀ, ਬਸ ਇਹਦੇ ਨਾਲ ਕੀ ਲੱਗ ਜਾਂਦਾ, ਇੱਕ ਐਲਫਾ ਆ ਜਾਂਦਾ ਜਿਹਦੇ ਵਿਦ ਰਿਸਪੈਕਟ ਟੂ ਅਸੀਂ ਫੰਕਸ਼ਨ ਨੂੰ ਚੈੱਕ ਕਰਨਾ ਹੁੰਦਾ। ਸੋ ਇਹਦੇ ਵਿੱਚ ਵੀ ਉਹੀ ਕੰਡੀਸ਼ਨ ਹੈ, ਉਹਦੇ ਵਿੱਚ ਅਸੀਂ ਕੀਤਾ ਸੀਗਾ, ਕਹਿੰਦੇ ਜੇਕਰ ਬੱਚੇ UPF ਮਾਈਨਸ LP ਐਲਫਾ ਲੈਸ ਦੈਨ ਐਪਸਾਈਲਨ ਹੁੰਦਾ ਸੀਗਾ, ਤਾਂ ਉਹ ਸਾਡੇ ਕੋਲ ਕੀ ਹੋ ਜਾਂਦਾ ਸੀ, ਰਾਈਮਨ। ਹੁਣ ਇੱਥੇ ਕੀ ਆ, ਅਸੀਂ ਰਾਈਮਨ ਸਟਾਈਲਸ ਤਾਂ ਅਸੀਂ ਕਹਿ ਸਕਦੇ ਹਾਂ ਬੱਚੇ UPF ਐਲਫਾ ਮਾਈਨਸ LPF ਐਲਫਾ, ਜੇਕਰ ਲੈਸ ਦੈਨ ਐਪਸਾਈਲਨ ਹੁੰਦਾ ਤਾਂ ਉਹ ਰਾਈਮਨ ਸਟਾਈਲਸ ਹੁੰਦਾ। ਇਹ ਵੀ ਥਿਓਰਮ ਆ ਸਾਡੇ ਕੋਲ ਮੇਨ, ਜਿਹਦਾ ਰਿਜ਼ਲਟ ਅਸੀਂ ਹੁਣ ਯੂਜ਼ ਕਰਨ ਜਾ ਰਹੇ ਹਾਂ। ਕਹਿੰਦੇ ਜੇਕਰ ਬੱਚੇ ਰਾਈਮਨ ਸਟਾਈਲਸ ਆ ਤਾਂ ਇਸਦਾ ਮਤਲਬ UPF ਮਾਈਨਸ LPF ਲੈਸ ਦੈਨ ਕੀ ਹੋਏਗਾ, ਐਪਸਾਈਲਨ ਹੋਏਗਾ। ਤੇ ਅੱਗੇ UPF ਤੇ LPF ਦਾ ਮਤਲਬ ਕੀ ਹੁੰਦਾ, ਅਪਰ ਰਾਈਮਨ ਸਮ ਤੇ ਲੋਅਰ ਰਾਈਮਨ ਸਮ, ਲੋਅਰ ਰਾਈਮਨ ਸਟਾਈਲਸ ਸਮ ਐਂਡ ਅਪਰ ਰਾਈਮਨ ਸਟਾਈਲਸ ਸਮ। ਉਹਨਾਂ ਦੇ ਅਗੇਨ ਬੱਚੇ ਜਿਹੜੀਆਂ ਉੱਪਰ ਹੁੰਦੀਆਂ ਨੇ ਉਹਨੂੰ ਅਸੀਂ ਕੈਪੀਟਲ MI ਦੇ ਨਾਲ ਲਿਖਦੇ ਹਾਂ, ਜਿਹੜੀਆਂ ਲੋਅਰ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਸਮਾਲ MI ਦੇ ਨਾਲ ਲਿਖਦੇ ਹਾਂ। ਹੁਣ ਅਸੀਂ ਉਹੀ ਵੈਲਿਊਜ਼ ਅਗੇਨ ਦੇਖੋ, ਸਾਨੂੰ ਅਗੇਨ ਐਲਫਾ ਨੂੰ ਓਪਨ ਕਰਨਾ ਬੱਚੇ, ਜਿਹੜੀ ਅਸੀਂ ਪਾਰਟੀਸ਼ਨ ਕੀਤੀ ਹੋਈ ਆ, ਪਾਰਟੀਸ਼ਨ ਦੇ ਵਿੱਚ ਬਾਕੀ ਕਿਸੇ ਵੈਲਿਊ ਦਾ ਸਾਨੂੰ ਅਸਰ ਨਹੀਂ ਹੋਏਗਾ। ਸਿਰਫ ਜਿਵੇਂ ਹੁਣ ਪਾਰਟੀਸ਼ਨ ਸੀ, ਇੱਥੇ 0 ਸੀ, ਇੱਕ ਦੀ ਲੈਫਟ ਹੈਂਡ ਸਾਈਡ, ਇੱਕ ਦੀ ਰਾਈਟ ਹੈਂਡ ਸਾਈਡ, ਸਿਰਫ ਉਹ ਪੁਆਇੰਟ ਮੈਟਰ ਕਰਨਗੇ, ਕਿਉਂਕਿ ਬਾਕੀ ਜਿੰਨੇ ਮਰਜ਼ੀ ਵਧਾਈ ਜਾਓਗੇ ਉਹਨਾਂ ਸਾਰਿਆਂ ਲਈ ਵੈਲਿਊ ਕੀ ਆਈ ਜਾਏਗੀ, ਸੇਮ। ਜਿਵੇਂ ਉੱਪਰ ਪਾਰਟ ਕੀਤਾ, ਸੇਮ ਉਹੀ ਕੰਸੈਪਟ ਅਸੀਂ ਨੇ ਨੀਚੇ ਲਾਇਆ। ਇਸ ਤੋਂ ਬਾਅਦ ਦੇਖੋ, ਜੇਕਰ ਇਹ ਸਾਡੇ ਕੋਲ ਪਹਿਲਾਂ ਹੀ ਦਿੱਤਾ ਹੋਇਆ ਕਿ UPF ਮਾਈਨਸ LPF ਇਹ ਲੈਸ ਦੈਨ ਐਪਸਾਈਲਨ ਆ,
ਤਾਂ ਜਿਹੜੀ ਇਹਨਾਂ ਦੀ ਵੈਲਿਊਜ਼ ਆਈਆਂ ਨੇ ਜਦੋਂ ਤੁਸੀਂ ਇਹਨਾਂ ਨੂੰ ਮਾਈਨਸ ਕਰੋਗੇ ਉਹ ਵੀ ਕੀ ਹੋਊਗਾ ਫਿਰ ਲੈਸ ਦੈਨ ਐਪਸਾਈਲਨ ਹੋਏਗਾ। ਤਾਂ ਬੱਚੇ ਉਹੀ ਚੀਜ਼ ਇਹਨਾਂ ਦੋਹਾਂ ਟਰਮਸ ਨੂੰ ਅੱਗੇ ਕੀ ਕੀਤਾ ਹੋਇਆ ਮਾਈਨਸ ਕੀਤਾ ਹੋਇਆ। ਪ੍ਰੂਫ ਕੀ ਕਰਾਉਣਾ ਸੀ ਫੰਕਸ਼ਨ ਕੰਟੀਨਿਊਸ ਆ। ਕੰਟੀਨਿਊਸ ਦਾ ਮਤਲਬ ਕੀ ਹੁੰਦਾ ਜੇਕਰ ਅਸੀਂ ਸਿੱਧਾ ਕਰੀਏ ਕਹਿੰਦੇ f(x - f(0) ਜੇ ਇਹਦੀ ਐਪਸਾਈਲਨ ਵਾਲੀ ਬੱਚੇ ਡੈਫੀਨੇਸ਼ਨ 'ਤੇ ਜਾਈਏ ਕਹਿੰਦਾ ਜੇਕਰ f(x - f(0) ਲੈਸ ਦੈਨ ਹੋ ਜਾਵੇ ਐਪਸਾਈਲਨ ਤੋਂ ਤਾਂ ਅਸੀਂ ਫੰਕਸ਼ਨ ਨੂੰ ਕੀ ਬੋਲਦੇ ਹਾਂ ਕੰਟੀਨਿਊਸ। ਕੀ ਇੰਨਾ ਕੁ ਕਹਿਣਾ ਸਾਡੇ ਲਈ ਸਫੀਸ਼ੈਂਟ ਹੋਏਗਾ ਬੱਚੇ ਕਿ f(x - f0) ਲੈਸ ਦੈਨ ਐਪਸਾਈਲਨ ਹੋਵੇ ਤਾਂ ਉਹ ਫੰਕਸ਼ਨ ਸਾਡੇ ਕੋਲ ਕੰਟੀਨਿਊਸ ਹੁੰਦਾ। ਦੇਖੋ ਜੇਕਰ ਨਾਲ ਇਹਦੇ ਇੱਕ ਕੰਡੀਸ਼ਨ ਸਾਨੂੰ ਲਾਉਣੀ ਪੈਂਦੀ ਆ ਕਹਿੰਦੇ x - 0 ਵੀ ਕੀ ਹੋਵੇ ਲੈਸ ਦੈਨ ਸਮ ਡੈਲਟਾ ਹੋਵੇ। ਮਤਲਬ ਜਿਹੜੇ ਤੁਸੀਂ ਦੋ ਪੁਆਇੰਟਸ ਲੈ ਰਹੇ ਹੋ ਜਿਹੜੇ x ਪੁਆਇੰਟ 'ਤੇ ਜਿਸ ਪੁਆਇੰਟ 'ਤੇ ਤੁਸੀਂ ਕੰਟੀਨਿਊਟੀ ਚੈੱਕ ਕਰ ਰਹੇ ਹੋ ਉਹਨਾਂ ਦਾ ਜਿਹੜਾ ਡਿਫਰੈਂਸ ਆ ਉਹ ਲੈਸ ਦੈਨ ਡੈਲ ਹੋਣਾ ਚਾਹੀਦਾ। ਅਤੇ ਅੱਗੋਂ ਜਿਹੜਾ ਕੋਈ ਐਪਸਾਈਲਨ ਹੋਏਗਾ ਇਹੋ ਜਿਹਾ ਕੋਈ ਐਪਸਾਈਲਨ ਅਸੀਂ ਫਾਈਂਡ ਕਰ ਸਕਦੇ ਹਾਂ ਕੋਈ ਵੀ ਐਪਸਾਈਲਨ ਅਸੀਂ ਫਾਈਂਡ ਕਰਦੇ ਹਾਂ ਜਿਹਦੇ ਲਈ ਆਹ ਕੰਡੀਸ਼ਨ ਸਾਡੇ ਕੋਲ ਕੀ ਕਰਦੀ ਹੋਏਗੀ ਐਗਜ਼ਿਸਟ ਕਰਦੀ ਹੋਏਗੀ ਤਾਂ ਉਹ ਫੰਕਸ਼ਨ ਕੀ ਹੋ ਜਾਂਦਾ ਕੰਟੀਨਿਊਸ। ਤਾਂ ਅੱਗੇ ਬੱਚੇ ਦੇਖੋਗੇ ਕਹਿੰਦੇ f(x - f(0) ਤਾਂ ਇਹਨਾਂ ਦੀ ਜਿਹੜੇ ਅਸੀਂ ਪੁਆਇੰਟਸ ਲੈਣੇ ਨੇ ਬੱਚੇ ਉਹਨਾਂ ਦੇ ਲਈ ਵੀ ਕੋਈ ਜਿਹੜੀ ਸਮ ਹੋਏਗੀ ਕੈਪੀਟਲ MI ਹੋਏਗੀ ਉਸ ਇੰਟਰਵਲ ਵਿੱਚ ਕੋਈ ਸਮਾਲ MI ਹੋਏਗੀ। ਉਹ ਦੋ ਅਸੀਂ ਉੱਪਰ ਕੱਢ ਚੁੱਕੇ ਹਾਂ ਕਹਿੰਦੇ ਉਹਨਾਂ ਦੋਹਾਂ ਦੇ ਪਲੱਸ ਕਰਨ ਤੋਂ ਬਾਅਦ ਉਹ ਲੈਸ ਦੈਨ ਐਪਸਾਈਲਨ ਬਣ ਰਹੇ ਨੇ ਤਾਂ ਸੈਪਰੇਟਲੀ ਵੀ ਉਹ ਲੈਸ ਦੈਨ ਐਪਸਾਈਲਨ ਬਣਨਗੇ ਕਿਉਂਕਿ ਜੇ ਉਹ ਲੈਸ ਦੈਨ ਐਪਸਾਈਲਨ ਤਾਂ ਹੀ ਸਮ ਕਰਨ ਤੋਂ ਬਾਅਦ ਵੀ ਲੈਸ ਦੈਨ ਐਪਸਾਈਲਨ ਹੋਏ। ਦਿਸ ਇੰਪਲਾਈਜ਼ f(x - f0) ਕੀ ਤੋਂ ਲੈਸ ਹੋ ਗਿਆ ਸਾਡੇ ਕੋਲ ਲੈਸ ਦੈਨ ਐਪਸਾਈਲਨ ਹੋ ਗਿਆ ਅਤੇ ਫੰਕਸ਼ਨ ਕੀ ਹੋ ਗਿਆ ਕੰਟੀਨਿਊਸ। ਆਈ ਹੋਪ ਕਲੀਅਰ ਹੋਇਆ ਹੋਏਗਾ ਬੱਚੇ। ਜੇਕਰ ਕੋਈ ਡਾਊਟ ਹੋਇਆ ਤਾਂ ਕਮੈਂਟ ਬਾਕਸ 'ਚ ਦੱਸ ਦੇਣਾ। ਥੈਂਕ ਯੂ ਫॉर ਵਾਚਿੰਗ।